ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਪਰਮੇਸ਼ਰ, ਅੱਜ ਜਦੋਂ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ, ਇਸ ਮਨਨ ਨੂੰ ਕਰਨ ਦੇ ਲਈ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਸਾਨੂੰ ਬਖਸ਼, ਜਿਸ ਦੇ ਨਾਲ ਤੇਰੇ ਗੂੜ ਭੇਤਾਂ ਨੂੰ ਅਸੀਂ ਜਾਣ ਕੇ ਤੇਰੀ ਸਵਰਗ ਰਾਜ ਦੀ ਜਿਉਂਦੀ ਆਸ ਦੇ ਵਿੱਚ ਵਧਦੇ ਜਾਈਏ ਔਰ ਤੇਰਾ ਨਾਮ ਉੱਚਾ ਹੋਵੇ। ਹਰ ਇੱਕ ਦੇ ਉੱਤੇ ਤੇਰੀ ਕਿਰਪਾ ਦਾ ਹੱਥ ਬਣਿਆ ਪਿਆ ਹੈ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਮਨਨ ਦਾ ਭਾਗ ਲਿਆ ਹੈ, ਉਹ ਲਿਆ ਹੈ ਪਹਿਲਾ ਯਹੋਨਾ ਦੀ ਪੁਸਤਕ 5:20। ਇੱਥੇ ਲਿਖਿਆ ਹੈ, ਅਸੀਂ ਜਾਣਦੇ ਹਾਂ ਜੋ ਪਰਮੇਸ਼ਰ ਦਾ ਪੁੱਤਰ ਆਇਆ ਅਤੇ ਸਾਨੂੰ ਬੁੱਧ ਦਿੱਤੀ ਹੈ, ਭਾਈ ਅਸੀਂ ਉਸ ਸੱਚੇ ਨੂੰ ਜਾਣੀਏ। ਅਸੀਂ ਉਸ ਸੱਚੇ ਵਿੱਚ ਅਰਥਾਤ ਉਹਦੇ ਪੁੱਤਰ ਯਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਇਹੋ ਹੈ। ਅੱਜ ਦਾ ਜੋ ਮੇਰਾ ਇਸ ਦੇ ਨਾਲ ਵਿਸ਼ਾ ਹੈ ਉਹ ਇਹ ਹੈ, ਪਰਮੇਸ਼ਰ ਦੇ ਪੁੱਤਰ ਦੇ ਰਾਹੀਂ ਸਾਨੂੰ ਬੁੱਧ ਮਿਲੀ ਹੈ। ਪਰਮੇਸ਼ਰ ਦੇ ਪੁੱਤਰ ਦੇ ਰਾਹੀਂ ਸਾਨੂੰ ਬੁੱਧ ਮਿਲੀ ਹੈ। ਪਿਆਰੇ ਅਜ਼ੀਜ਼, ਇਸ ਵਚਨ ਦੇ ਵਿੱਚ 3 ਵੱਡੇ ਸੱਚ ਹਨ ਜਿਹੜੇ ਬਾਈਬਲ ਦੇ ਅਨੁਸਾਰ ਮਸੀਹਤ ਦੀ ਬੁਨਿਆਦ ਜਾਂ ਨੀਂਹ ਬਣਾਉਂਦੇ ਹਨ। ਪਹਿਲਾ, ਪਰਮੇਸ਼ਰ ਦਾ ਪੁੱਤਰ ਆ ਚੁੱਕਿਆ ਹੈ। ਦੂਸਰਾ, ਪਵਿੱਤਰ ਆਤਮਾ ਆ ਚੁੱਕਿਆ ਹੈ ਤੇ ਹੁਣ ਵੀ ਸਾਡੇ ਵਿੱਚ ਮੌਜੂਦ ਹੈ। ਤੀਸਰਾ, ਪਰਮੇਸ਼ਰ ਦਾ ਪੁੱਤਰ ਫੇਰ ਆਵੇਗਾ। 3 ਮਹਾਨ ਸੱਚਾਈਆਂ ਜਿਨ੍ਹਾਂ ਦੀ ਬੁਨਿਆਦ ਬਾਈਬਲ ਦੇ ਵਿੱਚ ਸਾਡੇ ਸਮਕਸ਼ ਬੜੇ ਸਾਫ਼ ਰੀਤੀ ਨਾਲ ਰੱਖੀ ਗਈ ਹੈ ਔਰ ਜਿਹੜੇ ਵਿਸ਼ਵਾਸ ਕਰਦੇ ਆ ਉਹ ਇਸ ਉੱਤੇ ਵਿਸ਼ਵਾਸ ਕਰਦੇ ਅਤੇ ਨਿਹਚਾ ਕਰਦੇ ਅਤੇ ਉਸ ਵਿੱਚ ਆਪਣਾ ਜੀਵਨ ਬਤੀਤ ਕਰਦੇ। ਪਹਿਲਾ ਵੱਡਾ ਸੱਚ ਹੈ ਦੇਹਧਾਰੀ ਹੋਣਾ। ਅਨੋਖੀ ਸੱਚਾਈ, ਅਨੋਖੀ ਸੱਚਾਈ। ਇਹ ਕੋਈ ਆਮ ਗੱਲ ਨਹੀਂ ਹੈ, ਇਹ ਕੋਈ ਆਮ ਘਟਨਾ ਨਹੀਂ ਹੈ। ਪਰਮੇਸ਼ਵਰ ਨੇ ਮਨੁੱਖੀ ਜੀਵਨ ਦੇ ਵਿੱਚ ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ ਮਨੁੱਖੀ ਦੇਹ ਧਾਰੀ। ਪਹਿਲਾ ਯਹੋਨਾ ਦੀ ਅੰਜੀਲ 1:14 ਦੇ ਵਿੱਚ ਲਿਖਿਆ, ਸ਼ਬਦ ਦੇਹ ਧਾਰੀ ਹੋਇਆ, ਕਿਰਪਾ ਅਤੇ ਸੱਚਾਈ ਦੇ ਨਾਲ ਉਸ ਨੇ ਮਨੁੱਖਾਂ ਦੇ ਵਿੱਚ ਵਾਸ ਕੀਤਾ। ਉਸ ਦੇ ਪ੍ਰਗਟ ਹੋਣ ਤੋਂ ਪਰਮੇਸ਼ਰ ਦੇ ਇਕਲੌਤੇ ਦੀ ਪਛਾਣ ਸਾਡੇ ਵਿੱਚ ਵਧੀ। ਸ਼ਬਦ ਦੇਹ ਧਾਰੀ ਹੋਇਆ। ਪਰਮੇਸ਼ਰ ਦੇ ਪਹਿਲੇ ਇਸ ਵੱਡੇ ਸੱਚ ਦੇ ਵਿੱਚ ਦੇਹ ਧਾਰੀ ਹੋਣ ਦੀ ਅਨੋਖੀ ਸੱਚਾਈ ਹੈ। ਪਰਮੇਸ਼ਰ ਦਾ ਪੁੱਤਰ ਆ ਚੁੱਕਾ ਹੈ। ਯਹੋਨਾ ਉਸੇ ਅੰਸ਼ ਵਿੱਚ ਗੱਲ ਕਰਦਿਆਂ ਕਹਿੰਦਾ ਹੈ, ਸੱਚ ਪਰਮੇਸ਼ਰ ਅਤੇ ਅਨੰਤ ਜੀਵਨ ਇਹੋ ਹੈ। ਸੱਚਾ ਪਰਮੇਸ਼ਰ ਅਤੇ ਅਨੰਤ ਜੀਵਨ ਯਸੂ ਮਸੀਹ ਹੈ। ਉਸੇ ਦੇ ਧਾਰਨ ਹੋਣ ਤੋਂ, ਉਸੇ ਦੇ ਰਾਹੀਂ ਮਨੁੱਖੀ ਜੀਵਨ ਦੇ ਪਾਪ ਦਾ ਕਰਜ਼ ਚੁਕਾਉਣ ਤੋਂ ਅਤੇ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਅਨੰਤ ਜੀਵਨ ਦਾ ਵਾਅਦਾ ਵਿਸ਼ਵਾਸ ਦੇ ਨਾਲ ਸਾਡੇ ਵਿੱਚ ਪ੍ਰਗਟ ਹੁੰਦਾ ਹੈ। ਇਹ ਪਰਮੇਸ਼ਰ ਦੀ ਅਨੋਖੀ ਸੱਚਾਈ ਹੈ। ਜਿਹੜਾ ਇਸ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਇਸ ਸੱਚਾਈ ਦੇ ਵਾਅਦਿਆਂ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰਦਾ ਹੈ। ਬਾਣੀ ਸਾਫ਼ ਕਹਿੰਦੀ ਹੈ, ਝੂਠੇ ਸਿੱਖਿਆ ਦੇ ਜਵਾਬ ਵਿੱਚ ਜਿਨ੍ਹਾਂ ਨੂੰ ਯਹੋਨਾ ਮਸੀਹੀ ਵਿਰੋਧੀਆਂ ਦੀ ਵਿਸ਼ੇਸ਼ਤਾ ਦਿੰਦਾ ਹੈ। ਮਸੀਹੀ ਵਿਰੋਧੀਆਂ ਦੀ
ਵਿਸ਼ੇਸ਼ਤਾ ਦਿੰਦਾ ਹੈ। ਮੈਂ ਆਪ ਦੇ ਲਈ ਪਹਿਲਾ ਯੋਹੰਨਾ ਉਸ ਦਾ 2 ਅਧਿਆਏ ਉਸ ਦੀ 18 ਤੋਂ 23 ਆਇਤਾਂ ਤੱਕ ਇਸ ਸੱਚਾਈ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਪਹਿਲਾ ਯੋਹੰਨਾ 2 ਅਧਿਆਏ ਉਸ ਦੀ 18 ਤੋਂ 23 ਆਇਤਾਂ ਤੱਕ ਇੱਥੇ ਲਿਖਿਆ, ਬੱਚਿਓ ਇਹ ਅੰਤਮ ਘੜੀ ਹੈ ਅਤੇ ਜਿਹਾ ਤੁਸਾਂ ਸੁਣਿਆ ਸੀ ਕਿ ਮਸੀਹ ਵਿਰੋਧੀ ਆਉਣ ਵਾਲਾ ਹੈ, ਤਿਵੇਂ ਹੀ ਅਨੇਕ ਮਸੀਹੀ ਵਿਰੋਧੀ ਉੱਠ ਖੜੇ ਹੋਏ ਹਨ। ਅਸੀਂ ਇਸ ਤੋਂ ਜਾਣਦੇ ਹਾਂ ਕਿ ਇਹ ਅੰਤਮ ਘੜੀ ਹੈ। ਉਹ ਨਿਕਲੇ ਤਾਂ ਸਾਡੇ ਵਿੱਚੋਂ ਹੀ ਆ, ਪਰ ਵਾਸਤਵ ਵਿੱਚ ਸਾਡੇ ਵਿੱਚ ਨਹੀਂ ਹੈ, ਕਿਉਂਕਿ ਜੇ ਉਹ ਸਾਡੇ ਵਿੱਚ ਦੇ ਹੁੰਦੇ ਤਾਂ ਸਾਡੇ ਨਾਲ ਰਹਿੰਦੇ, ਪਰ ਉਹ ਨਿਕਲੇ ਇਸ ਲਈ ਕਿ ਪ੍ਰਗਟ ਹੋ ਜਾਏ ਕਿ ਉਹ ਸਭ ਸਾਡੇ ਵਿੱਚ ਨਹੀਂ ਹਨ। ਪਰ ਤੁਹਾਡਾ ਅਭਿਸ਼ੇਕ ਤਾਂ ਉਸ ਪਵਿੱਤਰ ਤੋਂ ਹੋਇਆ ਅਤੇ ਤੁਸੀਂ ਸਭ ਜਾਣਦੇ ਹੋ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਵਰਨ ਇਸ ਲਈ ਕਿ ਤੁਸੀਂ ਉਸ ਨੂੰ ਜਾਣਦੇ, ਕਿਉਂਕਿ ਕੋਈ ਝੂਠ ਸੱਚ ਦੀ ਵੱਲੋਂ ਨਹੀਂ। ਝੂਠਾ ਕੌਣ ਹੈ? ਸਿਰਫ ਉਹ ਜੋ ਮਸੀਹ ਹੋਣ ਦਾ ਇਨਕਾਰ ਕਰਦਾ ਹੈ। ਇਹੋ ਮਸੀਹ ਵਿਰੋਧੀ ਅਰਥਾਤ ਜੋ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। ਜੋ ਪੁੱਤਰ ਦਾ ਇਨਕਾਰ ਕਰਦਾ ਹੈ ਉਸ ਦੇ ਕੋਲ ਪਿਤਾ ਨਹੀਂ, ਜੋ ਪੁੱਤਰ ਨੂੰ ਮੰਨ ਲੈਂਦਾ ਹੈ ਉਸ ਦੇ ਕੋਲ ਪਿਤਾ ਵੀ। ਇਹ ਮਸੀਹ ਵਿਰੋਧੀ ਦੀ ਇੱਕ ਨਿਸ਼ਾਨੀ ਸਾਡੇ ਕੋਲ ਦਿੱਤੀ ਗਈ ਹੈ। ਇੱਥੇ ਅਸੀਂ ਪਹਿਲੀ ਵੱਡੀ ਸੱਚਾਈ ਕਿ ਮਸੀਹ ਦੇਹਧਾਰੀ ਹੋ ਕੇ ਆਇਆ, ਮੇਰੇ ਅਤੇ ਆਪ ਦੇ ਲਈ ਇਹ ਸਭ ਤੋਂ ਵੱਡੀ ਸੱਚਾਈ ਹੈ। ਔਰ ਇਸ ਦੀ ਬੁੱਧ ਪਰਮੇਸ਼ਵਰ ਨੇ ਸਾਨੂੰ ਮਸੀਹ ਯਸੂ ਦੇ ਰਾਹੀਂ ਦਿੱਤੀ ਹੈ ਕਿ ਅਸੀਂ ਉਹਨੂੰ ਪਛਾਣੀਏ। ਜਿਹੜੇ ਨਹੀਂ ਪਛਾਣਦੇ ਆ, ਅਸੀਂ ਦੇਖਦੇ ਹਾਂ ਉਹ ਵੈਕਸਲਾਈਡ ਹੋ ਚੁੱਕੇ, ਮਤਲਬ ਕਿ ਉਹ ਪਿੱਛੇ ਹੋ ਚੁੱਕੇ ਅਤੇ ਉਹ ਉਸ ਸਦਾ ਦੀ ਵਿਨਾਸ਼ ਵਾਲੀ ਅੱਗ ਦੇ ਵਿੱਚ ਜਾ ਚੁੱਕੇ, ਜਿਹੜੀ ਹਮੇਸ਼ਾ ਬਣਦੀ ਹੈ। ਮੇਰੇ ਪਿਆਰੇ ਅਸੀਸ, ਇੱਥੇ ਗੱਲ ਨਹੀਂ ਖਤਮ ਹੁੰਦੀ। ਉਸ ਨੇ ਲਿਖਿਆ, ਜਿਸ ਨੂੰ ਅਸਾਂ ਸੁਣਿਆ, ਜਿਸ ਨੂੰ ਅਸਾਂ ਅੱਖੀ ਵੇਖਿਆ ਹੈ, ਜਿਸ ਨੂੰ ਅਸਾਂ ਤੱਕਿਆ, ਜਿਸ ਨੂੰ ਅਸਾਂ ਹੱਥੀ ਟੋਇਆ, ਉਹ ਪ੍ਰਗਟ ਹੋਇਆ। ਪਹਿਲਾ ਯੋਹੰਨਾ 1 ਅਧਿਆਏ ਉਸ ਦੀ 1 ਅਤੇ 2 ਦੇ ਵਿੱਚ ਯੋਹੰਨਾ ਸਾਫ਼ ਦੱਸਦਾ ਹੈ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ। ਉਸ ਦੀ ਸਬੂਤ ਪ੍ਰੂਫ ਆਪਣੇ ਜੀਵਨ ਦੇ ਵਿੱਚੋਂ ਉਹ ਸਾਫ਼ ਦਿੰਦਾ ਹੈ। ਜਿਹੜੇ ਅੱਜ ਵੀ ਇਹ ਗੱਲ ਨਹੀਂ ਮੰਨਦੇ ਹੈ ਕਿ ਮਸੀਹ ਤਾਂ ਦੇਹਧਾਰੀ ਹੋ ਕੇ ਆਇਆ ਹੀ, ਮਸੀਹ ਤਾਂ ਦੇਹਧਾਰੀ, ਉਹ ਤਾਂ ਜਿੱਦਾਂ ਆਮ ਇਨਸਾਨ ਹੁੰਦਾ, ਨਥਿੰਗ ਐਲਸ। ਇਹ ਮਸੀਹ ਵਿਰੋਧੀ ਦੀ ਬੁੱਧ ਹੈ ਜਿਹੜੀ ਸਾਨੂੰ ਸੱਚ ਨੂੰ ਵੇਖਣ ਨਹੀਂ ਦਿੰਦੀ। ਕਿਉਂਕਿ ਜਦੋਂ ਅਸੀਂ ਕੁਰੰਥੀਆਂ 2 ਕੁਰੰਥੀਆਂ 4:4 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਕਿ ਇਸ ਯੁੱਗ ਦੇ ਈਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਕਿ ਉਹ ਪਰਮੇਸ਼ਵਰ ਦੀ ਉਹ ਸੱਚਾਈ, ਉਸ ਖੁਸ਼ਖਬਰੀ ਨੂੰ ਨਾ ਵੇਖ ਸਕਣ, ਮਸੀਹ ਨੂੰ ਨਾ ਵੇਖ ਸਕਣ, ਮਸੀਹ ਨੂੰ ਨਾ ਜਾਣ ਸਕਣ, ਨਾ ਮਸੀਹ ਦੇ ਦੇਹਧਾਰੀ ਹੋਣ ਦੀ ਸਾਖੀ ਦੇ ਸਕਣ। ਮੈਂ ਅਤੇ ਆਪ ਜੇ ਵੱਜ ਚੁੱਕੇ ਹਾਂ ਤਾਂ ਅਸੀਂ ਮਸੀਹ ਦੇ ਦੇਹਧਾਰੀ ਹੋਣ ਦੀ ਸਾਖੀ ਦਿੰਦੇ ਹਾਂ। ਉਹ ਦੇਹਧਾਰੀ ਹੋਇਆ ਤੇ ਉਸ ਦੇ ਦੇਹਧਾਰੀ ਹੋਣ ਦੇ ਨਾਲ, ਉਸ ਦੇ ਪਾਪ ਦੇ ਕਰਜ਼ ਚੁਕਾਏ ਜਾਣ ਦੇ ਨਾਲ, ਉਸ ਦੇ ਉੱਤੇ ਵਿਸ਼ਵਾਸ ਕੀਤੇ ਜਾਣ ਦੇ ਨਾਲ ਮੈਂ ਬਚਾਇਆ ਗਿਆ, ਕਿਉਂਕਿ ਉਸ ਨੇ ਮੈਨੂੰ ਬੁੱਧ ਦਿੱਤੀ। ਉਸੇ ਬੁੱਧ ਦੇ ਨਾਲ ਮੈਂ ਪਰਮੇਸ਼ਰ ਪੁੱਤਰ ਨੂੰ ਸਵੀਕਾਰ ਕੀਤਾ ਅਤੇ ਉਸ ਨੂੰ ਮੰਨ ਲਿਆ ਕਿ ਉਹ ਮੇਰਾ ਮੁਕਤੀਦਾਤਾ ਹੈ, ਉਹ ਮੈਨੂੰ ਬਚਾਉਣ ਵਾਲਾ ਹੈ। ਉਸ ਤੋਂ ਬਗੈਰ ਕੋਈ ਮੈਨੂੰ ਮੇਰੇ ਪਾਪਾਂ ਤੋਂ ਸ਼ੁੱਧ ਨਹੀਂ ਕਰ ਸਕਦਾ ਹੈ। ਯਿਸੂ ਮਸੀਹ ਦਾ ਹੀ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਪਹਿਲਾ ਯੋਹੰਨਾ 1:7 ਦੇ ਵਿੱਚ ਸਾਫ਼ ਤੌਰ ਤੇ ਲਿਖਿਆ। ਇਸ ਲਈ ਇਹ ਸੱਚਾਈ ਹੈ ਜਿਹੜੀ ਯੋਹੰਨਾ ਨੇ ਆਪਣੇ ਜੀਵਨ ਦੇ ਵਿੱਚ ਸਾਖੀ ਨਾਲ ਦਿੱਤੀ ਹੈ ਕਿ ਅਸੀਂ ਉਸ ਨੂੰ ਟੋਇਆ ਹੈ, ਅਸੀਂ ਉਸ ਦੇ ਨਾਲ ਚੱਲੇ ਹਾਂ, ਅਸੀਂ ਉਸ ਦੇ ਨਾਲ ਗੱਲਾਂ ਕੀਤੀਆਂ ਹੈ। ਉਹ ਕੋਈ ਕਿਸਮ ਦੇ ਆਤਮਾ ਦਾ ਪ੍ਰਗਟਾਵਾ ਨਹੀਂ ਸੀ ਜਿਵੇਂ ਕਿ ਮਸੀਹ ਵਿਰੋਧੀ ਪ੍ਰਚਾਰ ਕਰ ਰਹੇ ਹਨ, ਪਰ ਪਾਪ ਰਹਿਤ ਇੱਕ ਅਸਲ ਮਨੁੱਖ ਸੀ
साल पहला असी इस सच्चाई नूं जाने और इसकी साखी दे रहे। वो पक्का करना चाहते सन कि असल ये है कि सचमुच यसु जिंदा मनुख होके आया। बहुत ही प्रभावित होने वाली गल यह है कि मसीह जिंदा होके आया ਅਤੇ जिंदा होके मनुखों दे विच परमेश्वर तब दे काम कीते। अन्नियां नूं अखां दित्तियां, लंगड़ियां नूं चलण दी ताकत दित्ती, बोलियां नूं सुणन दी ताकत दित्ती, गूंगियां नूं बोलण दी ताकत दित्ती, कोड़ियां दे कोड़ दूर कीते, तूफानां नूं आवाज़ दे नाल थमा दित्ता, पानी उत्ते तुर के सृष्टिकर्ता होण दा अख्तियार दित्ता। यूहन्ना ये गल दस रहा। इस गल तो असीं प्रभावित कि वो सचमुच परमेश्वर पुत्र देह धार के आया, अते जिहड़ा देह धार के आया उसे ने सानू बुद्ध दिती। उसे दी बुद्ध दे नाल अज असी परमेश्वर दी संतान होण दा दावा करते हैं। अज असी परमेश्वर दे विच अनंत जीवन पाउण दा दावा अपने विच करते हैं, क्योंकि उसने इस गल दे लई मैनू अते आप नूं बुद्ध दिती कि असी उस दा इस गल दे विच इकरार करते हुए दुनिया दे विच उहदे गवाह बने। ये उपर एक बहुत बड़ी सच्चाई है जिहड़ी परमेश्वर ने अपने पुत्र दे राही सानू प्रगट की है, जिहड़ी दसदी है कि मसीह एक हकीकत मनुख बनया, साडे हत्थां राही टोया गया। यूहन्ना दी गवाही है वो सच्चा परमेश्वर अते पूर्ण मनुख है। एक मुबारक शख्सियत विच वो तां दूरों स्वर्गों सानू मिलन दे लई आया, जिहने मैनू अपनी सच्ची बुद्ध दिती है कि इस बुद्ध दे नाल एक मैं उहदा इकरार करा, एक मैं उहदी गवाही देवां, एक मैं उहदे विच ओदी जिउंदी आस दे विच चलना जद तक वो आ ना जाए, अते उसका अनुसरण करते हुए उसका पिछा करते हुए ओदी बुद्ध दे नाल अपने लोकां दे विच संसार दे विच ओदी मनादी करा। यही चीज तो इत्थे यूहन्ना दस रहा। पर हुण परमेश्वर दा पुत्र कित्थे है? सवाल है उस नाल की होया? मनुख ने उस नूं नफरत की, उस नूं रद्द किया अते उस नूं सूली चढ़ा दिता। फिर ये पापियां नूं बचाउण लई परमेश्वर दे मकसद नूं पूरा करना सी। की पूरा करना सी? मनुखां ने उस नाल नफरत की, उसनूं रद्द किया अते उसनूं सूली चढ़ा दिता। ये पापियां नूं बचाउण दी परमेश्वर दी योजना मनुखां दे विच पूरी होई। उसनूं जद परमेश्वर दी ठहराई हुई मत अते अगम ज्ञान के अनुसार हवाले किया गया तो सब बरियारां दे हथी सलीब दे के मरवा दिता गया। रसूलों के करतब 2:23 दे विच पतरस पहला सरमन दिंदे हुए यरूशलेम के लोगों के विच बयान करता, उसके इज़्ज़त वजों प्राश्चित बाड़ी मौत तो बगैर इस संसार विच ओहदे आउण ते असी उस नूं हासिल होंदे। जब तक असी तौबा नहीं ना करते उदों तक असी हासिल नहीं हो सकते प्रभु दे विच। असी परमेश्वर दे विच हासिल होंदे हां प्रभु यीशु मसीह दे विच जदों असी प्राश्चित कर लैंदे हां, तौबा कर लैंदे। तौबा मैं लगातार दसदा आ रहा, जब तक मैं अपने हिरदे नाल
ਮੂੰਹ ਦੇ ਵਿੱਚ ਇਕਰਾਰ ਕਰਕੇ ਮੰਨ ਨਹੀਂ ਲੈਂਦਾ ਕਿ ਯਿਸੂ ਮਸੀਹ ਮੇਰੇ ਪਾਪੀ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਉਹ ਮੇਰਾ ਪ੍ਰਭੂ ਹੈ। ਇਸ ਦੇ ਲਈ ਪਵਿੱਤਰ ਆਤਮਾ ਮੇਰੇ ਮਨ ਨੂੰ ਕਾਇਲ ਕਰਦਾ ਹੈ ਅਤੇ ਉਹ ਪਵਿੱਤਰ ਆਤਮਾ ਦੀ ਬੁੱਧ ਦੇ ਨਾਲ ਮੈਂ ਉਸ ਨੂੰ ਸਵੀਕਾਰ ਕਰਕੇ ਉਸ ਨੂੰ ਪ੍ਰਾਪਤ ਕਰ ਲੈਣਾ। ਅਨੰਤ ਜੀਵਨ ਜੋ ਉਸ ਨੇ ਪਰਮੇਸ਼ਰ ਪਿਤਾ ਦੇ ਵਿੱਚ ਮੈਨੂੰ ਦਿੱਤਾ, ਮੈਂ ਉਸ ਦਾ ਹੱਕਦਾਰ ਹੋ ਜਾਵਾਂ। ਇਹ ਪਵਿੱਤਰ ਆਤਮਾ ਦਾ ਕੰਮ ਹੈ। ਔਰ ਇਹ ਪਵਿੱਤਰ ਆਤਮਾ ਪੈਂਤੇਕੁਸਤ ਦੇ ਦਿਨ ਸਾਡੇ ਵਿੱਚ ਆਇਆ ਔਰ ਲਗਾਤਾਰ ਸਾਡੇ ਵਿੱਚ ਇਸ ਕੰਮ ਦੇ ਲਈ ਸਾਡੇ ਵਿਚਕਾਰ ਹੈ। ਇਹ ਵੀ ਪਰਮੇਸ਼ਰ ਦੀ ਬੁੱਧ ਦਾ ਇੱਕ ਬਹੁਤ ਵੱਡਾ ਗਿਆਨ ਸਾਨੂੰ ਪਰਮੇਸ਼ਰ ਪੁੱਤਰ ਦੀ ਵੱਲੋਂ ਮਿਲਿਆ ਹੈ। ਅਸੀਂ ਉਸ ਦਾ ਇਸ ਦੇ ਵਿੱਚ ਧੰਨਵਾਦ ਕਰਦੇ ਹਾਂ। ਹੁਣ ਉਹ ਕਿੱਥੇ ਹੈ? ਉਹ ਪਰਮੇਸ਼ਰ ਦੇ ਸੱਜੇ ਹੱਥ ਉਹਦੇ ਸਿੰਘਾਸਨ ਉੱਤੇ ਬੈਠਾ ਹੋਇਆ ਹੈ। ਮੁੜ ਜਦ ਤੱਕ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਜਗਤ ਵਿੱਚ ਨਹੀਂ ਫੈਲ ਜਾਂਦਾ, ਉਦੋਂ ਤੱਕ ਉਹਦਾ ਆਉਣਾ ਸਾਡੇ ਵਿੱਚ ਸੰਭਵ ਨਹੀਂ। ਹੁਣ ਉਹ ਆਉਣ ਦੇ ਲਈ ਤਿਆਰ ਹੈ, ਪਰ ਇਸ ਤੋਂ ਪਹਿਲਾਂ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਜਗਤ ਦੇ ਵਿੱਚ ਫੈਲਾਇਆ ਜਾਣਾ ਹੈ। ਜੋ ਪਰਮੇਸ਼ਵਰ ਨੇ ਬੁੱਧ ਆਪਣੇ ਚੇਲਿਆਂ ਦੇ ਰਾਹੀਂ, ਆਪਣੇ ਵਚਨ ਦੇ ਰਾਹੀਂ, ਆਪਣੇ ਆਤਮਾ ਦੇ ਰਾਹੀਂ ਸਾਨੂੰ ਦਿੱਤੀ ਹੈ, ਉਸ ਦੇ ਰਾਹੀਂ ਪ੍ਰਚਾਰ ਕਰਦਿਆਂ ਹੈ ਅਸੀਂ ਉਸ ਦੀ ਆਮਦ ਦੇ ਵਿੱਚ ਸ਼ਰੀਕ ਹੋਣਾ ਹੈ। ਇਹ ਬਾਈਬਲ ਦੇ ਵਿੱਚ ਲਿਖਿਆ। ਇਸੇ ਕਰਕੇ ਮਰਕੁਸ ਦੀ ਅੰਜੀਲ 16:15 ਦੇ ਵਿੱਚ ਲਿਖਿਆ ਹੈ, ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਉਹਨਾਂ ਨੂੰ ਪਿਤਾ ਜਿਹੜੇ ਮੰਨ ਲੈਣ ਉਹਨਾਂ ਨੂੰ ਮੇਰੇ ਨਾਮ ਦੇ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਅਤੇ ਚੇਲੇ ਬਣਾਓ। ਵੇਖੋ ਯੁੱਗ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ ਹਾਂ। ਮਤੀ ਦੀ ਅੰਜੀਲ 19:20 ਆਇਤ ਦੇ ਵਿੱਚ ਇਹ ਲਿਖਿਆ ਹੈ, ਮੇਰੇ ਪਿਆਰੇ ਅਜ਼ੀਜ਼, ਜਦ ਤੱਕ ਅਸੀਂ ਮਸੀਹ ਯਿਸੂ ਨੂੰ ਆਪਣਾ ਮੁਕਤੀਦਾਤਾ ਨਹੀਂ ਮੰਨ ਲੈਂਦੇ, ਉਦੋਂ ਤੱਕ ਸਾਨੂੰ ਪਰਮੇਸ਼ਰ ਪੁੱਤਰ ਮਸੀਹ ਯਿਸੂ ਦੀ ਬੁੱਧ ਪ੍ਰਾਪਤ ਨਹੀਂ ਹੁੰਦੀ। ਇਹ ਬੁੱਧ ਪਵਿੱਤਰਤਾ ਦੀ ਹੈ, ਇਹ ਬੁੱਧ ਸੱਚਾਈ ਦੀ ਹੈ, ਇਹ ਬੁੱਧ ਪਰਮੇਸ਼ਰ ਦੇ ਪ੍ਰੇਮ ਦੀ ਹੈ, ਜਿਹੜੀ ਮੇਰੇ ਵਿੱਚ ਉਹਦੇ ਆਤਮਾ ਦੇ ਰਾਹੀਂ ਦਿਨ ਪ੍ਰਤੀ ਦਿਨ ਮੈਨੂੰ ਭਰਪੂਰ ਕਰਦੀ ਹੋਈ ਸਵਰਗ ਰਾਜ ਵਿੱਚ ਲੈ ਕੇ ਜਾਂਦੀ ਹੈ। ਜੇ ਤੁਸੀਂ ਪਰਮੇਸ਼ਰ ਦੀ ਬੁੱਧ ਨੂੰ ਪ੍ਰਾਪਤ ਕਰ ਚੁੱਕੇ ਹੋ ਤਾਂ ਉਹਦੇ ਵਚਨ ਦਾ ਮਨਨ ਕਰਦੇ ਹੋਏ, ਉਸ ਦੇ ਵਿੱਚ ਅਨੁਸਰਨ ਕਰਦੇ ਹੋਏ ਉਸ ਦੀ ਆਮਦ ਦੇ ਵਿੱਚ ਵਧਦੇ ਜਾਓ। ਜੇ ਤੁਸੀਂ ਪ੍ਰਾਪਤ ਨਹੀਂ ਕੀਤੀ ਹੈ ਤਾਂ ਤੌਬਾ ਕਰੋ, ਪਛਤਾਪ ਕਰੋ, ਮੰਨ ਲਓ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਜਦੋਂ ਅਸੀਂ ਪਹਿਲਾ ਯਹੋਨਾ ਉਸ ਦਾ 2 ਅਧਿਆਏ ਉਸ ਦੀ 1 ਤੇ 2 ਆਇਤਾਂ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਵਚਨ ਦਾ ਇੱਥੇ ਗਿਆਨ ਲਿਖਿਆ, ਇਹ ਮੇਰੇ ਬੱਚਿਓ ਮੈਂ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਾਈ ਤੁਸੀਂ ਪਾਪ ਨਾ ਕਰੋ। ਜੇ ਕੋਈ ਪਾਪ ਕਰੇ ਤਾਂ ਪਿਤਾ ਕੋਲ ਸਾਡਾ ਇੱਕ ਸਹਾਇਕ ਹੈ, ਅਰਥਾਤ ਯਿਸੂ ਮਸੀਹ ਧਰਮੀ। ਉਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਹੈ, ਪਰ ਨਿਰੇ ਸਾਡਿਆਂ ਦਾ ਹੀ ਨਹੀਂ, ਸਾਰੇ ਸੰਸਾਰ ਦਾ ਵੀ। ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਦੀ ਬੁੱਧ ਉਹਦੇ ਪੁੱਤਰ ਦੇ ਰਾਹੀਂ ਮੈਨੂੰ ਮਿਲੇ ਤਾਂ ਇਹ ਤੌਬਾ ਕਰਕੇ ਆਪਣੇ ਜੀਵਨ ਦੇ ਵਿੱਚ ਇਸ ਬੁੱਧ ਨੂੰ ਪ੍ਰਾਪਤ ਕਰੋ ਔਰ ਇਸ ਬੁੱਧ ਦੇ ਨਾਲ ਪਰਮੇਸ਼ਰ ਦੀ ਪਵਿੱਤਰਤਾ ਅਤੇ ਉਹਦੀ ਸੱਚਾਈ ਅਤੇ ਉਹਦੇ ਪ੍ਰੇਮ ਵਿੱਚ ਵਧਦੇ ਜਾਓ, ਤਾਂ ਕਿ ਪਰਮੇਸ਼ਰ ਦੀ ਆਮਦ ਦੇ ਵਿੱਚ ਤੁਸੀਂ ਸ਼ਰੀਕ ਹੋ ਕੇ ਉਹਦੇ ਰਾਜ ਦੇ ਪਾਤਰ ਬਣ ਕੇ ਉਹਦੀ ਮਹਿਮਾ ਕਰੋ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।